Hello everyone, welcome back to Suksham Ma'am Ki classes. I hope you all are doing great and preparing well for your term second examination. Today we will solve practice paper of English term second class 6th. ਸਭ ਤੋਂ ਪਹਿਲਾਂ ਆਂਦਾ ਹੈ ਤੁਹਾਡਾ section A which includes reading skills. ਇਹਦੇ ਵਿੱਚ ਤੁਹਾਡੀ ਰੀਡਿੰਗ ਸਕਿੱਲਸ ਨੂੰ ਟੈਸਟ ਕੀਤਾ ਜਾਂਦਾ ਹੈ ਕਿ ਤੁਸੀਂ ਇੱਕ ਪੈਸੇਜ ਨੂੰ ਰੀਡ ਕਰਕੇ ਸਮਝ ਕੇ ਕੀ ਕਰੈਕਟ ਆਨਸਰਸ ਦੇ ਸਕਦੇ ਹੋ ਪੁੱਛੇ ਗਏ ਸਵਾਲਾਂ ਦਾ। ਹਾਂ ਅਸੀਂ ਦੇ ਸਕਦੇ ਹਾਂ ਕਿਉਂਕਿ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਰੈਗੂਲਰਲੀ। ਇਹ ਜੋ ਸੈਕਸ਼ਨ ਹੋਏਗਾ 4 ਮਾਰਕਸ ਦਾ ਹੋਏਗਾ। ਇਹਦੇ ਵਿੱਚ ਤੁਹਾਡੇ 4 ਮਾਰਕਸ ਪੱਕੇ ਨੇ ਜੇ ਤੁਸੀਂ ਚੰਗੀ ਤਰ੍ਹਾਂ ਪੈਸੇਜ ਨੂੰ ਰੀਡ ਕਰਕੇ ਸਮਝ ਕੇ ਆਨਸਰਸ ਲਿਖਤੇ। So let's start. Read the following passage and answer the questions that follows. Of all the creatures living on earth, none causes more harm to man than the rats and mice. ਜਿੰਨੇ ਵੀ ਜੀਵ ਜੰਤੂ ਇਸ ਦੁਨੀਆ ਦੇ ਵਿੱਚ ਇਸ ਅਰਥ ਦੇ ਉੱਪਰ ਰਹਿ ਰਹੇ ਨੇ ਪ੍ਰਿਥਵੀ ਦੇ ਉੱਪਰ ਹਨ ਇੰਨਾ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦਾ ਜਿੰਨਾ ਚੂਹੇ ਪਹੁੰਚਾਉਂਦੇ ਨੇ ਕਿਹਨੂੰ ਇਨਸਾਨ ਨੂੰ। Their high rate of breeding beat all the efforts of controlling them. ਜਿਸ ਤਦਾਦ ਨਾਲ ਆਪਣੀ ਆਬਾਦੀ ਵਧਾਉਂਦੇ ਨੇ ਅਸੀਂ ਜਿੰਨਾ ਮਰਜ਼ੀ ਐਫਰਟ ਲਾ ਲਈਏ ਇਹਨਾਂ ਨੂੰ ਕੰਟਰੋਲ ਕਰਨ ਲਈ ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਹਾਂ। The damage done by them to agriculture alone is enormous. ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕਿ ਇਹ ਜੋ ਚੂਹੇ ਨੇ ਰੈਟਸ ਨੇ ਮਾਈਸ ਨੇ ਇਹ ਐਗਰੀਕਲਚਰ ਡਿਪਾਰਟਮੈਂਟ 'ਚ ਜਾਂ ਸੈਕਟਰ 'ਚ ਕਿੰਨਾ ਨੁਕਸਾਨ ਪਹੁੰਚਾਉਂਦੇ ਨੇ। You can't even imagine. Grains of all sorts are their chief and favorite food. ਜਿੰਨੇ ਵੀ ਤਰ੍ਹਾਂ ਦੇ ਦਾਣੇ ਹੁੰਦੇ ਨੇ grains ਹੁੰਦੇ ਨੇ ਉਹ ਉਹਨਾਂ ਦੇ favorite food ਦੇ ਵਿੱਚ ਨੇ। ਠੀਕ ਹੈ ਉਹਨਾਂ ਨੂੰ grains ਖਾਣਾ ਬਹੁਤ ਚੰਗਾ ਲੱਗਦਾ ਹੈ। Grave havoc is also caused to all kinds of fruits and vegetables and to poultry and other domestic stock. ਜਿੰਨਾ ਵੀ ਅਸੀਂ ਸਟਾਕ ਇਕੱਠਾ ਕਰਕੇ ਰੱਖਦੇ ਹਾਂ ਭਾਵੇਂ ਅਸੀਂ ਗੋਦਾਮ 'ਚ ਰੱਖ ਰਹੇ ਹਾਂ ਭਾਵੇਂ ਅਸੀਂ ਆਪਣੇ ਘਰਾਂ 'ਚ ਰੱਖ ਰਹੇ ਹਾਂ ਭਾਵੇਂ ਦੁਕਾਨਾਂ 'ਚ ਰੱਖ ਰਹੇ ਹਾਂ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕਿ ਚੂਹੇ ਕਿੰਨਾ ਨੁਕਸਾਨ ਕਰ ਦਿੰਦੇ ਨੇ ਤੇ ਕਿੰਨੀ ਪ੍ਰੋਬਲਮ ਸਾਡੇ ਲਈ ਕ੍ਰੀਏਟ ਕਰ ਦਿੰਦੇ ਨੇ। ਫਰੂਟਸ ਵੈਜੀਟੇਬਲਸ ਨੇ ਬਾਈਟ ਕਰ ਜਾਣਗੇ ਯੂਜ਼ਲੈਸ ਹੋ ਜਾਣਗੇ। ਐਗਸ ਦੇ ਉੱਪਰ ਜੇ ਬਾਈਟ ਕਰ ਦੰਦ ਮਾਰ ਦੇਣਗੇ ਟੁੱਟ ਜਾਣਗੇ ਖਰਾਬ ਹੋ ਜਾਣਗੇ ਵੀ ਕਾਂਟ ਯੂਜ਼ ਇਟ ਐਂਡ ਸੇਮ ਗੋ ਸਾਡੇ ਘਰ ਦੇ ਵਿੱਚ ਡੱਬਿਆਂ ਵਿੱਚ ਜੇ ਦਾਲਾਂ ਪਈਆਂ ਨੇ ਉਹਨਾਂ ਨੂੰ ਝੂਠਾ ਕਰ ਜਾਣ ਖਾਣੇ ਨੂੰ ਸਬਜ਼ੀਆਂ ਨੂੰ ਮੂੰਹ ਮਾਰ ਜਾਣ ਤੇ ਸਾਰਾ ਸਾਡੇ ਲਈ ਖਰਾਬ ਹੋ ਜਾਂਦਾ ਹੈ। They are also the cause of dangerous diseases. ਬਹੁਤ ਹੀ ਖਤਰਨਾਕ ਡਿਸੀਜ਼ਸ ਦੇ ਵੀ ਇਹ ਕਾਰਨ ਬਣਦੇ ਨੇ। Contaminated food causes disease in humans and animals. ਦੂਸ਼ਿਤ ਖਾਣਾ ਜੋ ਹੁੰਦਾ ਹੈ ਗੰਦਾ ਖਾਣਾ ਉਹ ਹਿਊਮਨਸ ਤੇ ਐਨੀਮਲਸ ਦੇ ਵਿੱਚ ਬਿਮਾਰੀਆਂ ਫੈਲਾਉਂਦਾ ਹੈ। Bubonic plague, the dreadful disease is spread by rats. ਹੁਣ ਜੋ plague ਹੈ ਜਿਹਦਾ ਨਾਮ ਹੈ bubonic ਇਹਨੂੰ rats ਹੀ ਫੈਲਾਉਂਦੇ ਨੇ। There are many kinds of rats and mice in India. ਭਾਰਤ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ rats ਤੇ mice ਨੇ। First, those who live in fields, the common enemy of crops. ਪਹਿਲੇ ਨੇ ਜਿਹੜੇ ਖੇਤਾਂ ਵਿੱਚ ਰਹਿੰਦੇ ਨੇ ਤੇ ਫਸਲਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ commonly found ਦੁਸ਼ਮਣ ਨੇ ਕਿਉਂਕਿ ਇਹ ਫਸਲਾਂ ਖਰਾਬ ਕਰ ਦਿੰਦੇ ਨੇ। Second, the wild species found in forest. ਦੂਜੇ ਨੇ wild species ਮਤਲਬ ਕਿ ਜੋ ਜੰਗਲੀ species ਹੁੰਦੀ ਹੈ ਠੀਕ ਕਿਸਮ ਹੁੰਦੀ ਹੈ ਜੋ ਜੰਗਲਾਂ ਦੇ ਵਿੱਚ ਮਿਲਦੀ ਹੈ। And third, those are found. Those are household pest. ਤੇ third ਨੇ ਜੋ ਸਾਡੇ ਘਰ ਦੇ ਵਿੱਚ ਅਸੀਂ ਰੋਜ਼ਾਨਾ ਵੇਖ ਹੀ ਲੈਂਦੇ ਹਾਂ। ਹੁਣ ਆਣਗੇ ਕੁਐਸਚਨਸ ਆਨਸਰਸ ਮੈਂ ਪਹਿਲੇ ਲਿਖੇ ਹੋਏ ਨੇ ਬਟ ਕੁਐਸਚਨ ਸਮਝ ਲਓ ਪੁੱਛਿਆ ਕੀ ਜਾ ਰਿਹਾ ਹੈ। Which creatures do the most harm to man on earth? ਹੁਣ ਪ੍ਰithvi ਦੇ ਉੱਪਰ ਇਨਸਾਨ ਨੂੰ ਸਭ ਤੋਂ ਜ਼ਿਆਦਾ ਕਿਹੜਾ ਕ੍ਰੀਏਚਰ ਨੁਕਸਾਨ ਪਹੁੰਚਾਉਂਦਾ ਹੈ? ਆਨਸਰ ਆ ਗਿਆ ਮਾਊਸ ਰੈਟ ਜਾਂ ਮਾਈਸ ਵੀ ਲਿਖ ਸਕਦੇ ਹੋ। Which sector faces enormous damage by the rat? ਹੁਣ ਕਿਹੜਾ ਸੈਕਟਰ ਹੈ ਜਿਹਨੂੰ ਰੈਟਸ ਬਹੁਤ ਨੁਕਸਾਨ ਪਹੁੰਚਾਉਂਦੇ ਨੇ? ਐਗਰੀਕਲਚਰ ਆਨਸਰ ਹੈ। Which disease is spread by rats? ਹੁਣ ਰੈਟਸ ਕਿਹੜੀ ਡਿਸੀਜ਼ ਫੈਲਾਉਂਦੇ ਨੇ? ਤੁਸੀਂ ਡੇਂਜਰਸ ਡਿਸੀਜ਼ ਵੀ ਲਿਖ ਸਕਦੇ ਹੋ ਬਟ ਇੱਥੇ ਡਿਸੀਜ਼ ਲਿਖਿਆ ਹੋਇਆ ਹੈ ਸੋ ਜੋ ਇੱਥੇ ਲਿਖਿਆ ਹੈ ਨਾਂ ਦਿੱਤਾ ਹੋਇਆ ਹੈ ਪ੍ਰੋਪਰ ਉਹ ਲਿਖੋਗੇ bubonic disease and what is the favorite food of rats? ਕਿਹੜਾ favorite food ਹੈ? grains. ਸਾਡਾ ਸੈਕਸ਼ਨ A ਦਾ ਫਸਟ ਪਾਰਟ ਅਸੀਂ ਸੋਲਵ ਕਰ ਲਿਆ ਹੈ। ਨੈਕਸਟ ਕਮਸ ਰੀਡ ਦਾ ਪੋਸਟਰ ਕੇਅਰਫੁਲੀ ਐਂਡ ਆਨਸਰ ਦੀ ਕੁਐਸਚਨਸ that follow. ਪੋਸਟਰ ਨੂੰ ਧਿਆਨ ਨਾਲ ਸਮਝੋ ਤੇ ਉਸ ਤੋਂ ਬਾਅਦ ਲਿਖੇ ਹੋਏ ਕੁਐਸਚਨ ਤੁਸੀਂ ਆਨਸਰ ਕਰਨੇ ਨੇ। now you can see the name is Happy Valley ਚਾਈਲਡ ਕੇਅਰ ਸੈਂਟਰ। ਚਾਈਲਡ ਕੇਅਰ ਸੈਂਟਰ ਨੇ ਪੋਸਟਰ ਬਣਾਇਆ ਹੈ ਨਾਮ ਹੈ ਫਨ ਫੇਅਰ ਮਤਲਬ ਫਨ ਫੇਅਰ ਹੈ ਸੈਟਰਡੇ ਨੂੰ ਹੈ 31 ਅਗਸਤ ਨੂੰ ਟਾਈਮ ਦਿੱਤਾ ਹੋਇਆ ਹੈ 11 ਤੋਂ 6 ਓਪਰਚੁਨਿਟੀ ਵਰਕਸ਼ਾਪ ਹੈ ਐਡਰੈਸ ਹੈ ਰੋਬਰਟਸ ਐਵਨਿਊ ਡੈਵੋਨਸ਼ਾਇਰ ਮਤਲਬ ਫੋਰਨ ਦਾ ਪੋਸਟਰ ਹੈ। ਏਜ ਚਿਲਡਰਨ ਦੀ ਹੈਗੀ ਹੈ 6 ਤੋਂ 12 ਸਾਲ ਦੇ ਬੱਚਿਆਂ ਦੀ ਫੀਸ ਹੋਏਗੀ $5 ਤੇ ਅਡਲਟਸ ਦੀ ਹੋਏਗੀ $60। ਕੀ ਮਿਲੇਗਾ ਫੂਡ ਡਰਿੰਕਸ ਲਾਈਵ ਐਂਟਰਟੇਨਮੈਂਟ fun castle snowballs face painting
back to school supplies vendors will be there and support our PTA fundraiser ਕਿ ਸਾਨੂੰ fundraiser ਨੂੰ support ਕਰੋ ਸਾਨੂੰ funds ਤੋਂ ਉੱਥੇ ਆਓ ਤਾਂ ਕਿ ਤੁਹਾਡੀ ਟਿਕਟ ਜੋ ਤੁਸੀਂ ਲਓਗੇ ਉੱਥੋਂ ਅਸੀਂ ਕੀ ਕਰ ਸਕਾਂਗੇ ਚਾਈਲਡ ਕੇਅਰ 'ਚ ਜੋ ਬੱਚੇ ਆਣਗੇ ਉਹਨਾਂ ਦੀ ਹੈਲਪ ਕਰ ਸਕਾਂਗੇ। Now let's answer the questions बहुत easy है। When will be the fun fair organized? कਦੋਂ organized है 31st August ठीक है। What is the timing of this fun fair? इस fun fair ਦਾ time ਕੀ है 11 AM to 4 PM। What are the charges kept for 6 to 11 12 year old students children कि 6 ਤੋਂ 12 ਸਾਲ ਦੇ ਬੱਚਿਆਂ ਲਈ ਕੀ ਪ੍ਰਾਈਸ ਹੈ ਐਂਟਰੀ ਫੀਸ ਹੈ $5। What kind of facilities will be provided to people ਲੋਕਾਂ ਨੂੰ ਕਿਹੜੀ facilities ਦਿੱਤੀਆਂ ਜਾਣਗੀਆਂ food drinks live entertainment fun painting and snowballs। ਹੁਣ ਆ ਗਿਆ ਸਾਡਾ section B literature। पहला ਤੁਹਾਡਾ आ गया attempt any 2 of 4 questions ठीक है। ਇਹਦੇ ਵਿੱਚ 4 questions ਪੁੱਛੇ ਜਾਣਗੇ ਕੋਈ ਵੀ 2 ਤੁਸੀਂ attempt ਕਰਨੇ ਨੇ ਜੇ ਤੁਸੀਂ ਮੈਨੂੰ ਪੁੱਛੋਗੇ you should go for 3 ਘੱਟ ਤੋਂ ਘੱਟ 3 ਤੇ ਜ਼ਰੂਰ ਆਨਸਰ ਕਰੋ ਕਿਉਂਕਿ ਜੇ ਇੱਕ ਗਲਤ ਵੀ ਹੋ ਜਾਂਦਾ ਹੈ ਤਾਂ ਤੁਹਾਨੂੰ ਦੂਸਰੇ 2 ਦੇ ਮਾਰਕਸ ਮਿਲ ਜਾਣਗੇ। what qualities are needed to play kabaddi playing kabaddi ਤੋਂ क्वेश्चन ਪੁੱਛਿਆ ਗਿਆ ਹੈ ਕਿ ਕਿਹੜੀ ਕੁਆਲਿਟੀਜ਼ ਦੀ ਰਿਕੁਆਇਰਮੈਂਟ ਹੁੰਦੀ ਹੈ ਕਬੱਡੀ ਖੇਡਣ ਲਈ and your answer is answer 1 we need to be strong quick and able to hold our breath ਸਾਨੂੰ ਸਟਰੋਂਗ ਹੋਣਾ ਚਾਹੀਦਾ ਹੈ ਸਾਨੂੰ ਫੁਰਤੀਲਾ ਹੋਣਾ ਚਾਹੀਦਾ ਹੈ ਤੇ ਸਾਡੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਆਪਣੇ ਆਪਣੇ ਸਾਹ ਨੂੰ ਅਸੀਂ ਰੋਕ ਸਕੀਏ। ਸੈਕੰਡ what was ਕਾਬੂਲੀਵਾਲਾ's name ਕਾਬੂਲੀ ਵਾਲੇ ਚੈਪਟਰ ਦੇ ਵਿੱਚ ਕਾਬੂਲੀਵਾਲਾ ਦਾ ਕੀ ਨਾਮ ਸੀ ਆਨਸਰ ਇਸ ਰਹਿਮਾਨ। how did the pot bearer carry the pot ਹੁਣ ਜੋ pot bearer ਸੀਗਾ ਉਹਨੇ pot ਨੂੰ ਕਿਵੇਂ ਕੈਰੀ ਕੀਤਾ ਚੈਪਟਰ ਦਾ ਨਾਮ ਹੈ the cracked pot। the pot bearer carried the pot on his shoulders with the help of a pole ਉਹਨੇ ਆਪਣਾ ਜੋ pot ਸੀ ਆਪਣੇ ਸ਼ੋਲਡਰ ਦੇ ਉੱਪਰ ਚੁੱਕਿਆ ਇੱਕ ਪੋਲ ਦੇ ਡੰਡੇ ਦੀ ਮਦਦ ਦੇ ਨਾਲ। where did Rosie go Rosie ਕਿੱਥੇ ਗਈ ਚੈਪਟਰ ਦਾ ਨਾਮ ਹੈ Rosie's meeting with Nessie। Rosie went to meet her aunt Tina in Scotland Rosie अपनी आंटी टीना ਨੂੰ स्कॉटलैंड मिलन गई। next comes write the meaning of the following words in Punjabi पंजाबी ਵਿੱਚ meaning लिखने ने ठीक है। so creature and mirror पहला word है creature second है mirror creature means जीव and mirror means शीशा। next with ਤੁਸੀਂ sentence बनाने ने word है touch cloud touch ਤਾਂ ਬਣ ਗਿਆ don't touch the pan it's hot pan ਨੂੰ ਹੱਥ ਨਾ ਲਾਓ ਉਹ ਗਰਮ ਹੈ। cloud ਦਾ ਬਣ ਗਿਆ the sky is filled with clouds ਕਿ ਆਸਮਾਨ ਤੁਹਾਡਾ ਬੱਦਲਾਂ ਨਾਲ ਭਰਿਆ ਹੋਇਆ ਹੈ। put a tick or cross against the each sentence मैं false true लिखता है। little Lily was 3 years old false ਉਹ 3 ਸਾਲ ਦੀ ਨਹੀਂ ਸੀ। the water bearer had one perfect pot false एक cracked pot ਸੀ ਉਹਦੇ। read the following stanza and answer any one question ਕੋਈ ਵੀ ਇੱਕ ਆਨਸਰ ਤੁਸੀਂ ਕਰਨਾ ਹੈ question ਤੁਸੀਂ ਦੋਨੋਂ attempt ਕਰੋ ਜੇ ਇੱਕ ਬਾਈ ਮਿਸਟੇਕ ਗਲਤ ਹੋ ਜਾਏ ਤਾਂ ਸੈਕਿੰਡ ਦੇ ਨੰਬਰ ਤੇ ਮਿਲ ਜਾਣਗੇ। ਸੋ ਇਹ ਜੋ ਪੈਰਾਗ੍ਰਾਫ ਹੈ ਇਹ ਸਟੈਂਜ਼ਾ ਜੋ ਹੈ ਇਹ ਲਿੱਤਾ ਗਿਆ ਤੁਹਾਡੀ ਪੋਮ I am writing a letter and ਇਹਦੇ ਜੋ ਪੋਇਟ ਨੇ ਉਹ ਹੈ ਮਾਰਗਰੇਟ ਜੀ ਰੋਡਸ। ਸੋ ਫਸਟ ਦਾ ਆਨਸਰ ਇਹ ਹੋ ਗਿਆ। ਸੈਕਿੰਡ ਕੁਐਸਚਨ ਹੈ why is the poet anxious he is anxious about the neatness of his letter कि अपनी लेटर दी ਉਹ ਸਫਾਈ ਦੇ ਲਈ anxious ਹੈ कि बहुत सुंदर राइटिंग ਉਹ ਲਿਖੇ क्योंकि ਉਹ ਆਪਣੀ ਮਦਰ ਨੂੰ ਰਾਈਟਿੰਗ ਲਿਖ ਰਿਹਾ ਸੀ ਲੈਟਰ ਲਿਖ ਰਿਹਾ ਸੀ। attempt any one कोई भी एक करना है go for both दोनों कर दो। who is the poet writing the letter to ਹੁਣ ਜੋ poet ਹੈ ਉਹ ਕਿਹਨੂੰ ਲੈਟਰ ਲਿਖ ਰਿਹਾ ਹੈ his dearest mom ਆਪਣੀ ਪਿਆਰੀ ਮਾਂ ਨੂੰ। what does the poet see in the mirror poet mirror ਚ ਕੀ ਵੇਖਦਾ ਹੈ ਆਪਣਾ ਪਰਛਾਵਾਂ his own ਜਾਂ her own reflection। next comes vocabulary 2 marks ਦੀ ਹੈ one word substitution ठीक है एक word लेना है ਜਿਹਨੂੰ ਤੁਸੀਂ ਕਹਿੰਦੇ ਹੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। this is the result of a match in which neither side wins ਜਦੋਂ ਇੱਕ ਮੈਚ ਦੇ ਵਿੱਚ ਦੋਨਾਂ ਵਿੱਚ ਕੋਈ ਵੀ ਟੀਮ ਨਾ ਜਿੱਤੇ ਤਾਂ ਤੁਸੀਂ ਉਸ ਸਿਚੁਏਸ਼ਨ ਨੂੰ ਕੀ ਕਰਦੇ ਹੋ ਤੁਸੀਂ ਨੂੰ ਕਹਿੰਦੇ ਹੋ ਕਿ ਮੈਚ ਡਰਾ ਹੋ ਗਿਆ ਇਸ ਲਈ ਆਨਸਰ ਆਏਗਾ DRAW draw। fill in the blanks with correct word homophones ਨੇ 8 एक है ATE 8 मतलब खादा past form है and एक है EIGHT 8 मतलब नंबर 8 नंबर and octopus has 8 limbs मतलब ਉਹਦੇ 8 limbs ਹੁੰਦੇ ਨੇ ठीक है। next comes section C grammar and writing translate the following sentence into Punjabi कोई दो करने ने go for all कबड्डी is a team game कबड्डी एक टीम खेड है I am not from Scotland मैं स्कॉटलैंड तो नहीं हाँ
मिनी सून forgot her friend. मिनी जल्द ही अपने दोस्त नू भुल गई. Next, translate the following sentences into English. I need to go for all three. मी पै रहा है, it's raining. मैं मूर्ख नहीं हाँ, I am not a fool. मैं विद्यार्थी हाँ, I am a student. Do as directed. Fill in the blanks with suitable article. Article लाना है. कबड्डी is dash team game. A या an हमेशा vowels ਨਾਲ लगता है, मतलब A, E, I, O, U ਨਾਲ ਜੋ ਸ਼ਬਦ ਸਟਾਰਟ ਹੁੰਦੇ ਨੇ, ਵਰਡ ਸਟਾਰਟ ਹੁੰਦੇ ਨੇ, ਉਹਦੇ ਅੱਗੇ ਐਨ ਲੱਗਦਾ ਹੈ, ਬਾਕੀਆਂ ਦੇ ਅੱਗੇ ਕੌਨਸੋਨੈਂਟਸ ਦੇ ਅੱਗੇ ਏ ਲੱਗਦਾ ਹੈ. ਨਾਓ ਇੱਥੇ ਜੋ ਵਰਡ ਹੈ ਟੀਮ ਹੈ, ਟੀ ਹੈ ਜੋ ਕੌਨਸੋਨੈਂਟ ਹੈ, ਇਸ ਲਈ ਇੱਥੇ ਏ ਆਏਗਾ. ਕਬੱਡੀ ਇਜ਼ ਅ ਟੀਮ ਗੇਮ ਜਾਂ ਏ ਟੀਮ ਗੇਮ. ਜੇ ਇੱਥੇ ਕੋਈ ਫॉर एग्जांपल ऑरेंज ਹੁੰਦਾ ਸੈਂਟੈਂਸ ਦੇ ਵਿੱਚ ਫਿਲਿੰਗ ਦ ਬਲੈਂਕਸ ਤੋਂ ਪਹਿਲਾਂ ਤੁਸੀਂ ਐਨ ਪਾਉਂਦੇ, ਕੋਈ ਵੀ ਵੋਵਲ ਹੁੰਦਾ ਤਾਂ ਐਨ ਪਾਉਂਦੇ, ਜੇ ਕੌਨਸੋਨੈਂਟ ਹੈ ਤਾਂ ਏ ਆਏਗਾ. Underline the adjective. ਇਹਦੇ ਵਿੱਚ ਤੁਸੀਂ adjective ਨੂੰ underline ਕਰਨਾ ਹੈ. रीना is a rich girl. रीना अमीर लड़की है. ਕਿਹੜੀ ਕੁਆਲਿਟੀ ਪਤਾ ਚੱਲ ਰਹੀ ਹੈ ਰੀਨਾ ਦੀ ਕਿ ਉਹ ਅਮੀਰ ਹੈ. So adjective means ਵਿਸ਼ੇਸ਼ਣ. ਵਿਸ਼ੇਸ਼ਤਾ ਕੀ ਦੱਸੀ ਗਈ ਹੈ ਕਿ ਉਹ ਅਮੀਰ ਹੈ. That's why rich is your answer. You dash very hard. Work ਕੇ works. ਇਹਦੇ ਵਿੱਚ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ, ਜੋ ਸਾਡਾ ਸਬਜੈਕਟ ਹੁੰਦਾ ਹੈ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਨਾउन ਜਾਂ ਪ੍ਰੋਨਾउन, ਜੇ ਉਹ ਸਿੰਗੂਲਰ ਹੈ ਤਾਂ verb ਦੇ ਨਾਲ s ਆਂਦਾ ਹੈ, ਜੇ ਉਹ plural ਹੈ ਜਾਂ ਉਹ you ਹੈ ਤਾਂ ਤੁਹਾਡਾ ਕੀ verb ਦੇ ਨਾਲ s ਨਹੀਂ ਆਂਦਾ ਹੈ. So that's why ਇੱਥੇ ਆਏਗਾ you work very hard. ਜੇ ਇੱਥੇ ਹੁੰਦਾ ਰਾਹੁਲ dash very hard ਤਾਂ ਤੁਸੀਂ ਲਿਖਦੇ ਰਾਹੁਲ works very hard क्योंकि subject singular है, पर इत्थे you है इसलिए work very hard. Write an application for sick leave. मैं अपनी previous video ਵਿੱਚ ਤੁਹਾਨੂੰ ਕਰਵਾ ਰੱਖਿਆ ਹੈ, that's why मैं ਹੁਣ time waste नहीं करांगी. ਤੁਹਾਨੂੰ link ਇਸ ਵਕਤ ਉੱਪਰ show ਹੋ ਰਿਹਾ ਹੋਏਗਾ, ਤੁਸੀਂ ਉਸ ਵੀਡੀਓ 'ਚ ਵੀ ਵੇਖ ਸਕਦੇ ਹੋ ਜਾਂ description box 'ਚ ਤੁਹਾਨੂੰ ਵੀਡੀਓ ਮਿਲ ਜਾਏਗੀ, ਤੁਸੀਂ ਬਾਅਦ ਵਿੱਚ ਉਹਦੇ ਵਿੱਚ ਵੇਖ ਲੈਣਾ. Next comes write an application to principal headmaster of your school for full fee concession. ਆਪਣੀ ਤੁਸੀਂ ਪੂਰੀ ਫੀਸ ਮਾਫ ਕਰਾਉਣੀ ਹੈ. So as ਤੁਸੀਂ ਲੈਟਰ ਲਿਖੋਗੇ application for full fee concession the headmaster DAV high school ਗੁਰਦਾਸਪੁਰ, randomly मैं लिख रही ਹਾਂ, ਤੁਸੀਂ ਆਪਣੇ ਸਕੂਲ ਦਾ ਐਡਰੈਸ ਲਿਖੋਗੇ, ਮਤਲਬ ਕਿ ਆਪਣੇ ਸਕੂਲ ਦਾ ਨਾਮ ਲਿਖੋਗੇ. Feb 8 2022 डेट ਤੁਸੀਂ ਆਪਣੇ एग्जाम ਦੀ ਪਾਣਾ. सब्जेक्ट ਤੁਸੀਂ ਲਿਖਣਾ ਹੈ application for the full fee concession ਕਿ ਮੈਂ application ਲਿਖ ਰਿਹਾ ਹਾਂ ਕਿ ਮੇਰੀ full fee ਮਾਫ ਕੀਤੀ ਜਾਵੇ. Respected sir, with due respect, I would like to state that I am a student of class 6th B of your school. कि मैं ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਤੁਹਾਡੇ ਸਕੂਲ ਦੀ 6ਵੀਂ B ਕਕਸ਼ਾ ਦਾ ਵਿਦਿਆਰਥੀ ਹਾਂ. My father is a poor man. ਮੇਰੇ ਪਾਪਾ ਬਹੁਤ ਗਰੀਬ ਆਦਮੀ ਹਨ. He is a peon. ਉਹ ਇੱਕ ਕੀ ਨੇ, peon ਨੇ, चपरासी ने. His pay is very small. उन्हें तनख्वाह जो है वो बहुत घट है. He cannot pay my school fees. वो मेरी school fees pay नहीं कर सकते. Kindly grant me full fee concession. कृपा करके मेरी जो फीस है मैनू माफ कर ਦਿੱਤੀ ਜਾਵੇ full. I shall be very thankful to you for this. मैं ਤੁਹਾਡੇ ਲਈ ਬਹੁਤ ਧੰਨਵਾਦੀ ਹੋਵਾਂਗਾ ਤੁਹਾਡੇ ਇਸ gesture ਦੇ ਲਈ. Thanking you. ਤੁਹਾਡਾ ਬਹੁਤ ਬਹੁਤ ਧੰਨਵਾਦ. Yours obediently ਗੌਤਮ ਕਲਾਸ 6th B. ਤੁਸੀਂ ਆਪਣਾ ਨਾਮ ਲਿਖ ਸਕਦੇ ਹੋ, ਆਪਣੀ ਕਲਾਸ ਦਾ ਸੈਕਸ਼ਨ ਲਿਖ ਸਕਦੇ ਹੋ. ਜੇ ਲੈਟਰ ਦੇ ਵਿੱਚ ਤੁਹਾਨੂੰ ਮੈਂਸ਼ਨ ਕੀਤਾ ਗਿਆ ਹੈ ਕਿ ਤੁਸੀਂ ਸਪੋਜ਼ ਕਰੋ ਤੁਸੀਂ ਆਏ ਹੋ ਤਾਂ ਤੁਸੀਂ ਉਹ ਨਾਂ ਲਿਖੋਗੇ. ਨੈਕਸਟ ਕਮਸ what I like about myself. ਇਹ ਵੀ ਮੈਂ ਆਪਣੀ ਪ੍ਰੀਵੀਅਸ ਵੀਡੀਓ ਵਿੱਚ ਸੋਲਵ ਕੀਤਾ ਹੈ ਤੇ ਇਹਨੂੰ ਤੁਸੀਂ ਉੱਥੇ ਵੇਖ ਲਿਓ. ਅਸੀਂ ਉਹ ਕਰਾਂਗੇ ਜੋ ਅਸੀਂ ਪ੍ਰੀਵੀਅਸਲੀ ਨਹੀਂ ਕੀਤਾ ਹੈ. ਸੋ ਯੂ ਆਰ ਦੀ ਪ੍ਰਿੰਸੀਪਲ ਆਫ ਅ ਸਕੂਲ. ਤੁਸੀਂ ਇਮੇਜਿਨ ਕਰੋ ਤੁਸੀਂ ਸਕੂਲ ਦੇ ਪ੍ਰਿੰਸੀਪਲ ਹੋ. You have received a phone call from a student's father. ਤੁਹਾਨੂੰ ਇੱਕ ਬੱਚੇ ਤੁਹਾਡੇ ਸਕੂਲ ਦੇ ਬੱਚੇ ਨੇ ਦੇ ਪਿਤਾ ਨੇ ਕਾਲ ਕੀਤਾ ਹੈ. The name of the student is ਅਮਰਿੰਦਰ. ਉਸ ਬੱਚੇ ਦਾ ਨਾਮ ਹੈ ਅਮਰਿੰਦਰ. He studies in 6th class. ਉਹ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ. His father has said that ਅਮਰਿੰਦਰ's grandmother is not well and he should reach home quickly. ਉਹਦੇ ਪਾਪਾ ਨੇ ਕਿਹਾ ਹੈ ਕਿ ਅਮਰਿੰਦਰ ਨੂੰ ਕਿਹਾ ਹੈ ਕਿ ਉਹਦੀ ਦਾਦੀ ਦੀ ਤਬੀਅਤ ਠੀਕ ਨਹੀਂ ਹੈ ਤਾਂ ਫਟਾਫਟ ਘਰ ਆ ਜਾਵੇ. Write a message for the student. ਹੁਣ ਤੁਸੀਂ ਸਟੂਡੈਂਟ ਦੇ ਲਈ ਮੈਸੇਜ ਲਿਖਣਾ ਹੈ. Now you will write मैसेज हेडिंग पाओगे, डेट लिखो, सॉरी टाइम लिखोगे, जो आएगा डेट लिखोगे इस साइड, ठीक है. फिर तुम लिखोगे अमरिंदर कॉमा द स्टूडेंट ऑफ क्लास 6th इज इनफॉर्म्ड कि अमरिंदर जो क्लास 6वीं ਦਾ ਸਟੂਡੈਂਟ ਹੈ ਉਹਨੂੰ ਦੱਸਿਆ ਜਾ ਰਿਹਾ ਹੈ, ਇਨਫੋਰਮ ਕੀਤਾ ਜਾ ਰਿਹਾ ਹੈ that his grandmother is not well ਕਿ ਉਹਦੀ ਦਾਦੀ ਜੀ ਠੀਕ ਨਹੀਂ ਹਨ and his father wants him to reach home quickly ਤੇ ਉਹਦੇ ਪਾਪਾ ਚਾਹੁੰਦੇ ਨੇ ਕਿ ਉਹ ਫਟਾਫਟ ਘਰ ਆ ਜਾਵੇ. AB ਸਿੰਘ, ਕੋਈ ਵੀ ਪ੍ਰਿੰਸੀਪਲ ਦਾ ਨਾਮ ਕੁਝ ਵੀ ਲਿਖ ਸਕਦੇ ਹੋ ਤੁਸੀਂ.
या ਤੁਸੀਂ अपना नाम भी लिख सकते हो बिकॉज ਤੁਸੀਂ सपोज करना है कि ਤੁਸੀਂ प्रिंसीपल हो। थल्ले अपनी डेजिग्नेशन पानी है कि कौन है प्रिंसीपल है। ठीक है। लास्ट इज मार्क्स फॉर गुड हैंड राइटिंग 2 नंबर अच्छी हैंड राइटिंग ਦੇ ਨੇ ਸੋ ਮੇਕ ਸ਼ੋਰ ਤੁਹਾਡੀ ਰਾਈਟਿੰਗ ਬਹੁਤ ਬਿਊਟੀਫੁਲ ਹੋਵੇ ਤਾਂ ਕਿ ਤੁਹਾਡੇ 2 ਨੰਬਰ ਕਿਤੇ ਨਾ ਜਾਣ। एंड विद दिस ਅਸੀਂ अपना पूरा सैंपल पेपर चंगी तरह समझते हुए सॉल्व कर लिया है। जे कोई डाउट है या कोई कंसैप्ट समझ नहीं आया तो मैनू कमेंट सैक्शन च दसना। आई मेक श्योर कि मैं उस कंसैप्ट के ऊपर वीडियो बना के ਤੁਹਾਡੀ हेल्प करा। गुड बाय, टेक केयर, हैव अ नाइस डे। जे वीडियो यूजफुल लगी है तो इनू लाइक करना, शेयर करना एंड सब्सक्राइब टू माई चैनल सुखशम मैम की क्लासेस।